सत श्री अकाल। मैं डॉक्टर दविंदर सिंह, सहायक प्रोफैसर पंजाबी विभाग, मुल्तानी मल मोदी कॉलेज पटियाला। प्यारे विद्यार्थियों, अज आपां चर्चा करांगे काव्य दे प्रयोजन बारे। भारती काव्य शास्त्र दे विच ਸਾਹਿਤ ਦੇ हरेक पक्ष ਤੇ ਸਾਹਿਤ ਦੇ हरेक संकल्प ਦੇ बारे ਵਿੱਚ बड़ी सूखमता नाल ते बड़े विस्तार नाल चर्चा की गई है। उन्होंने विचों एक प्रमुख संकल्प है काव्य का प्रयोजन। काव्य के प्रयोजन बारे चर्चा करन तो पहला असी जाणांगे कि काव्य का की भाव है। काव्य शब्द समुचे ਸਾਹਿਤ ਲਈ ਵਰਤਿਆ ਜਾਂਦਾ है। इत्थे जदों काव्य के प्रयोजन की गल हुंदी है तो इसका भाव ये नहीं कि कविता का की प्रयोजन है, इसका भाव है कि समुचे ਸਾਹਿਤ का की प्रयोजन है। इस तो बाद असी गल करते हैं प्रयोजन शब्द के अर्थ बारे। प्रयोजन शब्द का अर्थ है उद्देश, मंतव, मनोरथ, नज़रिया, मकसद आदि। काव्य के प्रयोजन का भाव है कि काव्य किस उद्देश नूं जां किस मंतव नूं सामने रख के रचिया जाता है कि आखिर ਸਾਹਿਤਕਾਰ ਦੇ ਸਾਹਮਣੇ ਉਹ ਕਿਹੜੇ ਉਦੇਸ਼ ਹੁੰਦੇ ਹਨ ਜਿਸ ਕਰਕੇ ਉਹ ਸਾਹਿਤ ਦੀ ਰਚਨਾ ਕਰਦਾ ਹੈ, ਤੇ ਇਸ ਗੱਲ ਨੂੰ ਕਾਵਿ ਦਾ ਪ੍ਰਯੋਜਨ ਕਿਹਾ ਜਾਂਦਾ ਹੈ। ਆਮ ਜੀਵਨ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਕੋਈ ਵੀ ਕਾਰਜ ਉਦੇਸ਼ ਜਾਂ ਪ੍ਰਯੋਜਨ ਤੋਂ ਸੱਖਣਾ ਨਹੀਂ ਹੁੰਦਾ। ਇਸ ਕਰਕੇ ਕਾਵਿ ਵਰਗੀ ਸੂਖਮ ਸੁਹਜਮਈ ਕਲਾ ਦਾ ਵੀ ਕੋਈ ਨਾ ਕੋਈ ਪ੍ਰਯੋਜਨ ਜ਼ਰੂਰ ਹੋਵੇਗਾ। ਭਾਰਤੀ ਕਾਵਿ ਸ਼ਾਸਤਰ ਵਿੱਚ ਕਾਵਿ ਦੇ ਪ੍ਰਯੋਜਨ ਬਾਰੇ ਚਰਚਾ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ। ਭਾਵੇਂ ਸਾਰੇ ਆਚਾਰੀਆ ਕਾਵਿ ਦੇ ਪ੍ਰਯੋਜਨ ਬਾਰੇ ਇੱਕ ਮਤ ਨਹੀਂ ਹਨ, ਉਹਨਾਂ ਨੇ ਆਪਣੇ ਆਪਣੀ ਜੀਵਨ ਦ੍ਰਿਸ਼ਟੀ ਅਤੇ ਆਪਣੇ ਆਪਣੇ ਸਿਧਾਂਤਾਂ ਅਨੁਸਾਰ ਕਾਵਿ ਦਾ ਪ੍ਰਯੋਜਨ ਦੱਸਿਆ ਹੈ। ਫਿਰ ਵੀ ਕਾਵਿ ਦੇ ਪ੍ਰਯੋਜਨ ਸੰਬੰਧੀ ਕੁਝ ਨੁਕਤਿਆਂ ਉੱਪਰ ਸਾਰੇ ਆਚਾਰੀਆ ਆਪਣੀ ਆਪਣੀ ਸਹਿਮਤੀ ਦਿਖਾਉਂਦੇ ਨਜ਼ਰ ਆਉਂਦੇ ਹਨ। ਇਹ ਪ੍ਰਯੋਜਨ ਲੇਖਕ, ਪਾਠਕ, ਸਰੋਤੇ, ਲੋਕ ਸਮੂਹ ਅਤੇ ਜੀਵਨ ਦੇ ਮਨੋਰਥਾਂ ਨੂੰ ਲੈ ਕੇ ਦੱਸੇ ਗਏ ਹਨ। ਵੱਖ-ਵੱਖ ਆਚਾਰੀਆਂ ਨੇ ਕਾਵਿ ਦੇ ਪ੍ਰਯੋਜਨ ਸੰਬੰਧੀ ਵੱਖ-ਵੱਖ ਵਿਚਾਰ ਪ੍ਰਗਟਾਏ ਹਨ, ਜਿਨ੍ਹਾਂ ਬਾਰੇ ਅਸੀਂ ਇੱਥੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤੀ ਕਾਵਿ ਸ਼ਾਸਤਰ ਦੇ ਆਦਿ ਆਚਾਰੀਆ ਭਰਤ ਮੁਨੀ ਜੀ ਦੇ ਵਿਚਾਰ ਬਾਰੇ। ਉਹਨਾਂ ਨੇ ਕਾਵਿ ਦੇ ਪ੍ਰਯੋਜਨ ਸੰਬੰਧੀ ਚਰਚਾ ਕਰਦਿਆਂ ਹੋਇਆ ਕਿਹਾ ਹੈ ਕਿ ਨਾਟਿਆ ਕਲਾ ਸਮੇਤ ਕਾਵਿ ਦੇ ਧਰਮ, ਜਸ, ਉਮਰ, ਹਿੱਤ, ਬੌਧਿਕ ਸ਼ਕਤੀ ਨੂੰ ਵਧਾਉਣ ਵਾਲੀ ਅਤੇ ਆਮ ਲੋਕਾਂ ਲਈ ਸਿੱਖਿਆ ਤੇ ਉਪਦੇਸ਼ ਦੇਣ ਵਾਲੀ ਹੋਵੇਗੀ। ਮੁੱਖ ਤੌਰ ਤੇ ਉਹਨਾਂ ਨੇ ਜਿਸ ਗੱਲ ਤੇ ਜ਼ੋਰ ਦਿੱਤਾ ਹੈ ਉਹ ਹੈ ਸਿੱਖਿਆ ਤੇ ਉਪਦੇਸ਼ ਤੇ, ਵੀ ਕਾਵਿ ਦਾ ਪ੍ਰਯੋਜਨ ਆਮ ਲੋਕਾਂ ਨੂੰ ਸਿੱਖਿਆ ਤੇ ਉਪਦੇਸ਼ ਦੇਣਾ ਹੈ, ਤੇ ਜਿਸ ਦੇ ਨਾਲ ਨਾਲ ਉਹਨਾਂ ਨੂੰ ਧਰਮ, ਜਸ਼ ਤੇ ਗਿਆਨ ਵੀ ਮਿਲਦਾ ਹੈ। ਉਸ ਤੋਂ ਬਾਅਦ ਪ੍ਰਮੁੱਖ ਆਚਾਰੀਆ ਭਾਮਹ ਤੇ ਵਿਸ਼ਵਨਾਥ ਦੇ ਵਿਚਾਰ ਹਨ, ਜਿਨ੍ਹਾਂ ਅਨੁਸਾਰ ਕਾਵਿ ਦਾ ਪ੍ਰਮੁੱਖ ਪ੍ਰਯੋਜਨ ਹੈ ਚਤੁਰਵਰਗ ਦੀ ਪ੍ਰਾਪਤੀ। ਧਰਮ, ਅਰਥ, ਕਾਮ, ਮੋਕਸ਼ ਨੂੰ ਸਮੁੱਚੇ ਰੂਪ ਦੇ ਵਿੱਚ ਚਤੁਰਵਰਗ ਕਿਹਾ ਜਾਂਦਾ ਹੈ। ਤੇ ਆਚਾਰੀਆ ਭਾਮਹ ਨੇ ਇੱਕ ਥਾਂ ਲਿਖਿਆ ਹੈ, ਉੱਤਮ ਕਾਵਿ ਦੇ ਸਿਰਜਣ ਨਾਲ ਧਰਮ, ਅਰਥ, ਕਾਮ, ਮੋਕਸ਼ ਦੀ ਪ੍ਰਾਪਤੀ, ਕਲਾ ਵਿੱਚ ਮੁਹਾਰਤ, ਸੁਹਜ, ਸਵਾਦ ਤੇ ਸ਼ੋਹਰਤ ਵੀ ਹਾਸਲ ਹੁੰਦੀ ਹੈ। ਭਾਵ ਕਾਵਿ ਦੇ ਸਿਰਜਣ ਨਾਲ ਚਤੁਰਵਰਗ ਦੀ ਪ੍ਰਾਪਤੀ ਵੀ ਹੁੰਦੀ ਹੈ, ਕਲਾ ਦੇ ਵਿੱਚ ਪ੍ਰਵੀਨਤਾ ਵੀ ਹਾਸਲ ਹੁੰਦੀ ਹੈ, ਸੁਹਜ, ਸਵਾਦ ਜਾਂ ਆਨੰਦ ਦੀ ਪ੍ਰਾਪਤੀ ਵੀ ਹੁੰਦੀ ਹੈ, ਤੇ ਜਸ਼ ਜਾਂ ਸ਼ੋਹਰਤ ਵੀ ਪ੍ਰਾਪਤ ਹੁੰਦੀ ਹੈ। ਆਚਾਰੀਆ ਭਾਮਹ ਅਨੁਸਾਰ ਇਹ ਕਾਵਿ ਦੇ ਪ੍ਰਯੋਜਨ ਹਨ। ਆਚਾਰੀਆ ਬਾਮਨ, ਆਚਾਰੀਆ ਭੋਜਰਾਜ ਤੇ ਆਚਾਰੀਆ ਕੁੰਤਕ ਨੇ ਕਾਵਿ ਦੇ ਪ੍ਰਯੋਜਨ ਮੁੱਖ ਰੂਪ ਦੇ ਵਿੱਚ ਸੁਹਜ, ਸਵਾਦ ਤੇ ਜਸ ਦੀ ਪ੍ਰਾਪਤੀ ਨੂੰ ਦੱਸਿਆ ਹੈ। ਸੁਹਜ ਸਵਾਦ ਦਾ ਭਾਵ ਹੈ ਕਿ ਕਾਵਿ ਪੜ੍ਹਦੇ ਹੋਏ ਜੋ ਆਨੰਦ ਪਾਠਕ ਜਾਂ ਦਰਸ਼ਕ ਜਾਂ ਸਰੋਤਾ ਮਾਣਦਾ ਹੈ, ਤੇ ਉਸ ਸਾਹਿਤ ਜਾਂ ਕਾਵਿ ਨੂੰ ਸਿਰਜਣ ਵਾਲਾ
ਜੋ ਪ੍ਰਸਿੱਧੀ ਪ੍ਰਾਪਤ ਕਰਦਾ ਹੈ। ਇਹ ਦੋ ਪ੍ਰਮੁੱਖ ਕਾਵਿ ਦੇ ਪ੍ਰਯੋਜਨ ਹਨ। ਆਚਾਰੀਆ ਵਿਸ਼ਵਨਾਥ ਨੇ ਕਾਵਿ ਦੇ ਪ੍ਰਯੋਜਨ ਸੰਬੰਧੀ ਆਪਣੇ ਵਿਚਾਰ ਪ੍ਰਗਟਾਏ ਹਨ। ਆਚਾਰੀਆ ਵਿਸ਼ਵਨਾਥ ਅਨੁਸਾਰ ਕਾਵਿ ਜਾਂ ਸਾਹਿਤ ਪੜ੍ਹਨ ਨਾਲ ਮੰਦਬੁੱਧੀ ਲੋਕਾਂ ਨੂੰ ਵੀ ਬੜੀ ਆਸਾਨੀ ਨਾਲ ਚਾਰ ਪਦਾਰਥ ਹਾਸਲ ਹੋ ਜਾਂਦੇ ਹਨ। ਇੱਥੇ ਵਿਸ਼ਵਨਾਥ ਸ਼ਾਸਤਰਾਂ ਦੇ ਮੁਕਾਬਲੇ ਕਾਵਿ ਦੀ ਸ਼ਲਾਘਾ ਕਰ ਰਹੇ ਹਨ, ਕਿਉਂਕਿ ਕਾਵਿ ਦਾ ਘੇਰਾ ਜਾਂ ਰਸਾਈ ਆਮ ਲੋਕਾਂ ਤੱਕ ਵੀ ਹੁੰਦਾ ਹੈ, ਜਦੋਂ ਕਿ ਸ਼ਾਸਤਰ ਕੇਵਲ ਵਿਦਵਾਨਾਂ ਤੱਕ ਸੀਮਿਤ ਹੁੰਦੇ ਹਨ। ਉਹਨਾਂ ਅਨੁਸਾਰ ਚਤੁਰਵਰਗ ਦੀ ਜੋ ਪ੍ਰਾਪਤੀ ਹੈ ਉਹ ਵਿਦਵਾਨਾਂ ਨੂੰ ਸ਼ਾਸਤਰ ਪੜ੍ਹ ਕੇ ਵੀ ਹਾਸਲ ਹੋ ਸਕਦੀ ਹੈ, ਪਰ ਆਮ ਲੋਕਾਂ ਤੱਕ ਜੋ ਇਹ ਗਿਆਨ ਹੈ ਉਹ ਕਾਵਿ ਦੇ ਜ਼ਰੀਏ ਹੀ ਪਹੁੰਚਦਾ ਹੈ। ਕਿਉਂਕਿ ਕਾਵਿ ਸਹਿਜ ਹੁੰਦਾ ਹੈ, ਸਰਲ ਹੁੰਦਾ ਹੈ, ਸਮਝ 'ਚ ਆਉਣ ਵਾਲਾ ਹੁੰਦਾ ਹੈ ਅਤੇ ਉਹ ਸੁਹਜਮਈ ਹੁੰਦਾ ਹੈ, ਜਿਸ ਕਰਕੇ ਹਰ ਕੋਈ ਇਸ ਨੂੰ ਪੜ੍ਹਨਾ ਜਾਂ ਮਾਣਨਾ ਚਾਹੁੰਦਾ ਹੈ। ਇਸ ਤੋਂ ਬਾਅਦ ਕਾਵਿ ਦੇ ਪ੍ਰਯੋਜਨ ਸੰਬੰਧੀ ਜੋ ਸਭ ਤੋਂ ਅਹਿਮ ਵਿਚਾਰ ਜਾਂ ਪ੍ਰਸਿੱਧ ਵਿਚਾਰ ਮੰਨੇ ਜਾਂਦੇ ਹਨ, ਉਹ ਵਿਚਾਰ ਹਨ ਆਚਾਰੀਆ ਮੰਮਟ ਦੇ। ਆਚਾਰੀਆ ਮੰਮਟ ਅਨੁਸਾਰ ਜਸ ਕੀਰਤੀ, ਜਿਸ ਨੂੰ ਆਪਾਂ ਅੱਜ ਕੱਲ੍ਹ ਫੇਮ ਕਹਿ ਸਕਦੇ ਹਾਂ ਜਾਂ ਪ੍ਰਸਿੱਧੀ ਕਹਿ ਸਕਦੇ ਹਾਂ, ਜਸ ਕੀਰਤੀ, ਧਨ ਦੌਲਤ, ਦੁਨਿਆਵੀ ਕਾਰ ਵਿਹਾਰ ਦਾ ਗਿਆਨ, ਅਮੰਗਲ ਦਾ ਖੈ ਦਾ ਮਤਲਬ ਹੈ ਨਾਸ਼ ਜਾਂ ਵਿਨਾਸ਼, ਤੁਰੰਤ ਰੂਹਾਨੀ ਆਨੰਦ, ਕੰਤਾਵਤ, ਕੰਤਾ ਮਤਲਬ ਔਰਤ ਨੂੰ ਕਿਹਾ ਜਾਂਦਾ, ਕੰਤਾਵਤ ਮਤਲਬ ਔਰਤ ਜਾਂ ਪ੍ਰੇਮਕਾ ਵਾਂਗ, ਸੁਕੋਮਲ ਤੇ ਰੌਚਕ ਉਪਦੇਸ਼। ਇਹ ਕਾਵਿ ਦੇ ਪ੍ਰਯੋਜਨ ਸੰਬੰਧੀ ਸਮੁੱਚੀ ਪਰਿਭਾਸ਼ਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਕਾਵਿ ਦੇ ਪ੍ਰਯੋਜਨ ਸੰਬੰਧੀ ਉਹਨਾਂ ਤੋਂ ਪਹਿਲਾਂ ਦਿੱਤੇ ਹੋਏ ਵਿਚਾਰਾਂ ਨੂੰ ਅਤੇ ਉਹਨਾਂ ਤੋਂ ਬਾਅਦ ਵਿੱਚ ਆਉਣ ਵਾਲੇ ਵਿਚਾਰਾਂ ਨੂੰ ਸਾਰਿਆਂ ਨੂੰ ਸੰਗਠਿਤ ਰੂਪ ਦੇ ਵਿੱਚ ਪ੍ਰਗਟਾ ਦਿੱਤਾ ਗਿਆ ਹੈ। ਇਸ ਨੂੰ ਅਸੀਂ ਅਲੱਗ-ਅਲੱਗ ਕਰਕੇ ਵੀ ਦੇਖ ਸਕਦੇ ਹਾਂ। ਮੰਮਟ ਦੇ ਜੋ ਕਾਵਿ ਦੇ ਪ੍ਰਯੋਜਨ ਦੀ ਹੈ ਉਸ ਦੀ ਅਸੀਂ ਵਰਗ ਵੰਡ ਕਰ ਸਕਦੇ ਹਾਂ, ਅਤੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਸਿਰਜਕ ਲਈ ਜਾਂ ਕਵੀ ਲਈ ਜਾਂ ਲੇਖਕ ਲਈ ਪ੍ਰਯੋਜਨ ਹੈ, ਉਸ ਨੂੰ ਜਸ ਕੀਰਤੀ ਮਿਲਦੀ ਹੈ। ਜਸ ਕੀਰਤੀ ਦਾ ਮਤਲਬ ਪ੍ਰਸਿੱਧੀ ਮਿਲਦੀ ਹੈ। ਜਿਵੇਂ ਅਸੀਂ ਅੱਜ ਤੱਕ ਕਾਲੀਦਾਸ ਨੂੰ ਜਾਣਦੇ ਹਾਂ, ਕਈ ਯੁੱਗਾਂ ਤੋਂ ਪ੍ਰਸਿੱਧ ਹਨ ਸਿਰਫ ਆਪਣੇ ਕਾਵਿ ਦੇ ਰਚਨ ਕਰਕੇ। ਸ਼ੇਕਸਪੀਅਰ ਨੂੰ ਜਾਣਦੇ ਹਾਂ, ਟੋਲਸਟਾਏ ਨੂੰ ਜਾਣਦੇ ਹਾਂ, ਜਾਂ ਰੂਹਾਨੀ ਕਵਿਤਾ ਲਿਖਣ ਵਾਲੇ ਬਾਬਾ ਫਰੀਦ, ਬਾਬਾ ਕਬੀਰ, ਗੁਰੂ ਨਾਨਕ ਦੇਵ ਜੀ, ਸਾਰਿਆਂ ਨੂੰ ਅਸੀਂ ਜਾਣਦੇ ਹਾਂ। ਉਹਨਾਂ ਦੀ ਕਾਵਿ ਦੀ ਸਿਰਜਣਾ ਕਰਕੇ ਉਹ ਸਦੀਆਂ ਤੱਕ ਫੈਲੀ ਹੋਈ ਹੈ। ਉਸ ਤੋਂ ਬਿਨਾਂ ਧਨ ਦੌਲਤ ਦੀ ਪ੍ਰਾਪਤੀ ਹੁੰਦੀ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਅਤੇ ਅੱਜ ਤੱਕ ਵੀ ਕਾਵਿ ਜਾਂ ਸਿਰਜਣ ਵਾਲੇ ਨੂੰ ਧਨ ਦੌਲਤ ਦੀ ਪ੍ਰਾਪਤੀ ਹੁੰਦੀ ਹੈ। ਵਿਵਹਾਰਕ ਗਿਆਨ ਦਾ ਭਾਵ ਹੈ ਅਤੇ ਉਸ ਨੂੰ ਜੀਵਨ ਦਾ ਆਮ ਗਿਆਨ, ਜੀਵਨ ਦੇ ਆਮ ਕਾਰਾਂ ਵਿਹਾਰਾਂ ਦਾ ਗਿਆਨ ਵੀ ਹੁੰਦਾ ਹੈ, ਅਤੇ ਇਹ ਜੋ ਪ੍ਰਯੋਜਨ ਨੇ ਕਵੀ ਲਈ ਪ੍ਰਯੋਜਨ ਹਨ। ਉਸ ਤੋਂ ਬਾਅਦ ਮੰਮਟ ਅਨੁਸਾਰ ਪਾਠਕ ਜਾਂ ਸਰੋਤੇ ਲਈ ਇਸ ਦੇ ਕੀ ਪ੍ਰਯੋਜਨ ਹਨ? ਅਮੰਗਲ ਦਾ ਖੈ ਦਾ ਮਤਲਬ ਹੈ ਵਿਨਾਸ਼, ਭਾਵ ਬੁਰੇ ਗੱਲਾਂ ਜਾਂ ਮਾੜੀਆਂ ਗੱਲਾਂ ਦਾ ਵਿਨਾਸ਼। ਕਾਵਿ ਪੜ੍ਹਨ ਨਾਲ ਤੁਹਾਡੇ ਮਨ ਨੂੰ ਰੂਹਾਨੀ ਆਨੰਦ ਵੀ ਮਿਲਦਾ ਹੈ, ਜੀਵਨ ਬਾਰੇ ਤੁਹਾਨੂੰ ਗਿਆਨ ਵੀ ਮਿਲਦਾ ਹੈ, ਜਿਸ ਕਰਕੇ ਅਮੰਗਲ ਦਾ ਖੈ ਹੁੰਦਾ ਹੈ। ਤੁਰੰਤ ਰਸ ਆਨੰਦ, ਤੁਰੰਤ ਰਸ ਆਨੰਦ ਤੋਂ ਭਾਵ ਹੈ ਕਿ ਕਾਵਿ ਪੜ੍ਹਦਿਆਂ ਹੋਇਆਂ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਤੁਹਾਨੂੰ ਇੱਕ ਸੁਹਜ ਤ੍ਰਿਪਤੀ ਤੁਹਾਡੀ ਹੁੰਦੀ ਹੈ। ਇਸ ਨੂੰ ਅਸੀਂ ਕਹਿ ਸਕਦੇ ਹਾਂ ਸਮੁੱਚਾ ਪਾਠਕ ਜਾਂ ਸਰੋਤਾ ਵਰਗ ਇਹ ਕਾਵਿ ਦੇ ਆਨੰਦ ਮਾਣਦਾ ਹੈ। ਤੀਸਰਾ, ਮੰਮਟ ਦੀ ਪਰਿਭਾਸ਼ਾ ਨੂੰ ਅਸੀਂ ਕਹਿ ਸਕਦੇ ਹਾਂ ਵੀ ਸਮੂਹ ਸਮਾਜ ਲਈ ਜੋ ਪ੍ਰਯੋਜਨ ਹੈ। ਸਮੂਹ ਸਮਾਜ ਲਈ ਜੋ ਪ੍ਰਯੋਜਨ ਹੈ ਉਹ ਹੈ ਰੌਚਕ ਉਪਦੇਸ਼। ਰੌਚਕ ਉਪਦੇਸ਼ ਜਿਸ ਦੇ ਵਿੱਚ ਸਾਰੇ ਦਿਲਚਸਪੀ ਲੈਂਦੇ ਨੇ, ਸਾਰੇ ਜਿਸ ਨੂੰ ਧਿਆਨ ਨਾਲ ਪੜ੍ਹਦੇ ਜਾਂ ਸੁਣਦੇ ਨੇ। ਅਤੇ ਮੰਮਟ ਦੀ ਇਸ ਪਰਿਭਾਸ਼ਾ ਦੇ ਵਿੱਚ ਕਾਵਿ ਦੇ ਸਮੁੱਚੇ ਉਹ ਪ੍ਰਯੋਜਨ ਆ ਜਾਂਦੇ ਹਨ ਜੋ ਉਸ ਤੋਂ ਪਹਿਲਾਂ ਦੇ ਆਚਾਰੀਆਂ ਨੇ ਆਪਣੇ ਵਿਚਾਰਾਂ ਵਿੱਚ ਦੱਸੇ ਹਨ। ਭਾਰਤੀ ਕਾਵਿ ਸ਼ਾਸਤਰ ਉੱਤੇ ਪੰਜਾਬੀ ਵਿੱਚ
ਸਭ ਤੋਂ ਪਹਿਲਾਂ ਤੇ ਸਭ ਤੋਂ ਵਧੇਰਾ ਕਾਰਜ ਕਰਨ ਵਾਲੇ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਢਾਲੀਵਾਲ ਨੇ ਭਾਰਤੀ ਕਾਵਿ ਸ਼ਾਸਤਰ ਦੇ ਪ੍ਰਯੋਜਨਾਂ ਦੇ ਨਾਲ ਪੱਛਮੀ ਕਾਵਿ ਸ਼ਾਸਤਰ ਦੇ ਪ੍ਰਯੋਜਨਾਂ ਦੀ ਵੀ ਤੁਲਨਾ ਕੀਤੀ ਹੈ। ਉਹਨਾਂ ਅਨੁਸਾਰ ਪੱਛਮੀ ਸਾਹਿਤ ਵਿੱਚ ਕਾਵਿ ਦੇ ਪ੍ਰਯੋਜਨ ਹਨ ਧਨ ਦੌਲਤ ਦੀ ਪ੍ਰਾਪਤੀ, ਵਿਵਹਾਰਕ ਗਿਆਨ, ਤੁਰੰਤ ਰਸਮਈ ਆਨੰਦ, ਇਸਤਰੀਵਤ ਰੌਚਕ ਉਪਦੇਸ਼, ਅਮੰਗਲ ਦਾ ਖੈ, ਧਰਮ ਅਰਥ ਕਾਮ ਮੋਕਸ਼, ਸੋਹਜ ਆਨੰਦ, ਸੋਹਜ ਤ੍ਰਿਪਤੀ। ਜੇਕਰ ਅਸੀਂ ਪੱਛਮੀ ਕਾਵਿ ਦੇ ਪ੍ਰਯੋਜਨਾਂ ਨੂੰ ਭਾਰਤੀ ਕਾਵਿ ਦੇ ਪ੍ਰਯੋਜਨਾਂ ਦੇ ਨਾਲ ਤੁਲਨਾਤਮਕ ਰੂਪ ਦੇ ਵਿੱਚ ਦੇਖੀਏ ਤਾਂ ਅਸੀਂ ਦੇਖਾਂਗੇ ਕਿ ਜੋ ਆਚਾਰੀਆ ਮੰਮਟ ਦੇ ਵਿਚਾਰ ਹਨ ਕਾਵਿ ਦੇ ਪ੍ਰਯੋਜਨ ਸੰਬੰਧੀ, ਤੇ ਉਸ ਦੇ ਵਿੱਚ ਲਗਭਗ ਉਹ ਸਾਰੇ ਉਦੇਸ਼ ਜਾਂ ਉਹ ਸਾਰੇ ਪ੍ਰਯੋਜਨ ਵੀ ਸ਼ਾਮਲ ਹਨ ਜੋ ਪੱਛਮ ਵਾਲਿਆਂ ਨੇ ਕਾਵਿ ਦੇ ਪ੍ਰਯੋਜਨ ਸੰਬੰਧੀ ਪ੍ਰਗਟਾਏ ਹਨ। ਤੇ ਜੇਕਰ ਅਸੀਂ ਇਹਨਾਂ ਵਿਚਾਰਾਂ ਦੇ ਸਮੁੱਚੇ ਰੂਪ ਦੇ ਵਿੱਚ ਸਮਝੀਏ ਤਾਂ ਸਭ ਤੋਂ ਪਹਿਲਾਂ ਜੋ ਵਿਚਾਰ ਹੁੰਦਾ ਉਹ ਸਿੱਖਿਆ ਤੇ ਉਪਦੇਸ਼ ਹੈ ਜੋ ਆਚਾਰੀਆ ਭਰਤ ਮੁਨੀ ਨੇ ਦਿੱਤਾ ਸੀ। ਤੇ ਇਹ ਕਾਵਿ ਦੇ ਵਿੱਚ ਜਾਂ ਸਾਹਿਤ ਦੇ ਵਿੱਚ ਹਮੇਸ਼ਾ ਹੀ ਇਹ ਪ੍ਰਯੋਜਨ ਸਮਾਇਆ ਹੁੰਦਾ ਹੈ ਕਿ ਕਾਵਿ ਜਾਂ ਸਾਹਿਤ ਨੂੰ ਰਚਣ ਵਾਲਾ ਆਮ ਤੌਰ 'ਤੇ ਸੁਚੇਤ ਬੁੱਧੀਮਾਨ ਵਿਅਕਤੀ ਹੁੰਦਾ ਹੈ ਤੇ ਜਿਸ ਦੇ ਪਿੱਛੇ ਆਮ ਲੁਕਾਈ ਨੂੰ ਸਿੱਖਿਆ ਤੇ ਉਪਦੇਸ਼ ਦੇਣ ਦਾ ਜੋ ਕਾਰਜ ਹੈ ਉਹ ਲੁਕਿਆ ਹੁੰਦਾ ਹੈ। ਉਸ ਤੋਂ ਬਾਅਦ ਜਿਸ ਬਾਰੇ ਭਾਰਤੀ ਆਚਾਰੀਆਂ ਨੇ ਸਭ ਤੋਂ ਵੱਧ ਚਰਚਾ ਕੀਤੀ ਹੈ ਉਹ ਹੈ ਧਰਮ ਅਰਥ ਕਾਮ ਮੋਕਸ਼। ਧਰਮ ਅਰਥ ਕਾਮ ਮੋਕਸ਼ ਬਾਰੇ ਵੀ ਅਸੀਂ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ, ਜਿਨ੍ਹਾਂ ਨੂੰ ਚਾਰ ਪਦਾਰਥ ਜਾਂ ਚਤੁਰਵਰਗ ਕਿਹਾ ਜਾਂਦਾ ਹੈ। ਧਰਮ ਤੋਂ ਭਾਵ ਹੈ ਧਾਰਮਿਕ ਪੱਧਰ ਉੱਤੇ ਮੁਕਤੀ, ਸੱਚ ਨਿਆਂ ਗਲਤ ਸਹੀ ਦੀ ਪਹਿਚਾਣ, ਲੋਕ ਪੱਧਰ ਉੱਤੇ ਧਰਮ ਸੰਸਾਰ 'ਚ ਰਹਿਣ ਦੀ ਇੱਕ ਵਿਸ਼ੇਸ਼ ਕਿਸਮ ਦੀ ਉੱਤਮ ਜੀਵਨ ਜਾਚ। ਮਤਲਬ ਧਰਮ ਨਾਲ ਸਾਨੂੰ ਗਲਤ ਸਹੀ ਸੱਚ ਝੂਠ ਦੀ ਪਹਿਚਾਣ ਹੁੰਦੀ ਹੈ ਤੇ ਜੀਵਨ ਜਿਉਣ ਦੀ ਇੱਕ ਖਾਸ ਦ੍ਰਿਸ਼ਟੀ ਹਾਸਲ ਹੁੰਦੀ ਹੈ ਜਿਸ ਦੇ ਅਨੁਸਾਰ ਅਸੀਂ ਜੀਵਨ ਜਿਉ ਸਕਦੇ ਹਾਂ, ਚੰਗਾ ਜੀਵਨ ਜਿਉ ਸਕਦੇ ਹਾਂ, ਸੱਭਿਅਕ ਜੀਵਨ ਜਿਉ ਸਕਦੇ ਹਾਂ, ਕਿਉਂਕਿ ਧਰਮ ਸਾਡੇ ਸਮੁੱਚੇ ਜੀਵਨ ਦੇ ਨਾਲ ਜੁੜਿਆ ਹੁੰਦਾ ਸੀ। ਤੇ ਕਾਵਿ ਦਾ ਪ੍ਰਯੋਜਨ ਉਸ ਧਰਮ ਦੀ ਜਾਣਕਾਰੀ, ਉਸ ਧਰਮ ਦਾ ਗਿਆਨ, ਉਸ ਧਰਮ ਦੀ ਵਿਵਹਾਰਕਤਾ ਜੀਵਨ ਵਿੱਚ ਢਾਲਣ, ਉਸ ਧਰਮ ਨੂੰ ਅਸੀਂ ਕਿਵੇਂ ਢਾਲ ਸਕਦੇ ਹਾਂ, ਇਸ ਲਈ ਸਾਡੀ ਸਹਾਇਤਾ ਕਰਦਾ ਸੀ। ਦੂਸਰਾ, ਮਨੁੱਖੀ ਜੀਵਨ ਨੂੰ ਚਲਾਉਣ ਲਈ ਜੋ ਮੁੱਖ ਲੋੜ ਹੈ ਉਹ ਹੈ ਅਰਥ ਦੀ ਜਾਂ ਆਰਥਿਕਤਾ ਦੀ। ਮਾਇਕ ਪ੍ਰਾਪਤੀ, ਜ਼ਿੰਦਗੀ ਗੁਜ਼ਾਰਨ ਲਈ ਗੁਜ਼ਾਰੇਯੋਗ ਸਾਧਨਾਂ ਦੀ ਪ੍ਰਾਪਤੀ ਦਾ ਗਿਆਨ, ਦੁਨਿਆਵੀ ਕਾਰ ਵਿਹਾਰ ਦਾ ਗਿਆਨ, ਜਿਸ ਵਿੱਚ ਰੋਜੀ ਕਮਾਉਣ ਤੋਂ ਲੈ ਕੇ ਦੁਨੀਆ ਵਿੱਚ ਵਿਚਰਨ ਦੇ ਢੰਗ ਤਰੀਕੇ ਸਭ ਕੁਝ ਆ ਜਾਂਦੇ ਹਨ। ਚਤੁਰਵਰਗ ਦੇ ਵਿੱਚ ਤੀਸਰਾ ਜੋ ਸੰਕਲਪ ਹੈ ਉਹ ਹੈ ਕਾਮ। ਕਾਮ ਦਾ ਭਾਵ ਹੈ ਕਾਮਨਾਵਾਂ ਦੀ ਪੂਰਤੀ, ਖਾਹਿਸ਼ਾਂ ਦੀ ਸੰਤੁਸ਼ਟੀ ਜਾਂ ਜੀਵਨ ਦੇ ਆਨੰਦਾਂ ਨੂੰ ਮਾਣਨ ਦਾ ਗਿਆਨ। ਸਿਰਫ ਇਸ ਨੂੰ ਕਾਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਸਮੁੱਚੇ ਰੂਪ ਦੇ ਵਿੱਚ ਜੀਵਨ ਨੂੰ ਆਨੰਦਮਈ ਬਣਾਉਣ ਵਾਲੀਆਂ ਜੋ ਵੀ ਤੁਹਾਡੀਆਂ ਖਾਹਿਸ਼ਾਂ ਜਾਂ ਕਾਮਨਾਵਾਂ ਹਨ ਉਹ ਸਾਰੀਆਂ ਇਸ ਦੇ ਘੇਰੇ ਵਿੱਚ ਆਉਂਦੀਆਂ ਹਨ ਅਤੇ ਮਨੁੱਖ ਨੂੰ ਪਸ਼ੂ ਜੀਵਨ ਤੋਂ ਉੱਚਾ ਉੱਠ ਕੇ ਇੱਕ ਰੂਹਾਨੀ ਆਨੰਦ ਅਤੇ ਭੌਤਿਕ ਆਨੰਦ ਦੇ ਵਿੱਚ ਵੀ ਜੋ ਗਿਆਨ ਹੈ ਉਹ ਵੀ ਸਾਹਿਤ ਦਾ ਪ੍ਰਯੋਜਨ ਮੰਨਿਆ ਗਿਆ ਹੈ। ਚੌਥੀ ਗੱਲ ਜਾਂ ਚੌਥਾ ਪ੍ਰਯੋਜਨ ਇਸ ਦੇ ਵਿੱਚ ਜੋ ਹੈ ਉਹ ਹੈ ਮੋਕਸ਼। ਮੋਕਸ਼ ਦਾ ਭਾਵ ਹੈ ਜਨਮ ਮਰਨ ਤੋਂ ਮੁਕਤੀ। ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਮਨੁੱਖੀ ਜੀਵਨ ਨੂੰ ਸਿਰਫ ਇੱਕ ਭੌਤਿਕ ਹੋਂਦ ਨਹੀਂ ਸਮਝਿਆ ਜਾਂਦਾ ਸੀ। ਇਸ ਦੇ ਨਾਲ ਨਾਲ ਇਸ ਦੇ ਰੂਹਾਨੀ ਪੱਖ 'ਤੇ ਵੀ ਬੜੇ ਵਿਸਥਾਰ ਨਾਲ ਚਰਚਾ ਕੀਤਾ ਜਾਂਦਾ ਸੀ। ਤਾਂ ਸਾਹਿਤ ਦਾ ਇੱਕ ਪ੍ਰਮੁੱਖ ਪ੍ਰਯੋਜਨ ਇਸ ਨੂੰ ਜਨਮ ਮਰਨ ਦੇ ਚੱਕਰ ਤੋਂ ਜਾਂ ਆਵਾਗਮਨ ਦੇ ਚੱਕਰ ਤੋਂ ਮੁਕਤੀ ਦਿਵਾਉਣ ਵਾਲੇ ਸਾਧਨ ਦੇ ਰੂਪ ਵਿੱਚ ਵੀ ਦੇਖੀ ਜਾਂਦੀ ਸੀ। ਇਸ ਤਰ੍ਹਾਂ ਧਰਮ ਅਰਥ ਕਾਮ ਮੋਕਸ਼ ਦੀ ਪ੍ਰਾਪਤੀ ਸਾਹਿਤ ਦੇ ਮੁੱਖ ਪ੍ਰਯੋਜਨਾਂ ਦੇ ਵਿੱਚੋਂ ਮੁੱਖ ਪ੍ਰਯੋਜਨ ਮੰਨਿਆ ਗਿਆ ਹੈ। ਜਸ ਕੀਰਤੀ ਦੀ ਪ੍ਰਾਪਤੀ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ। ਧਨ ਦੌਲਤ ਦੀ ਪ੍ਰਾਪਤੀ, ਕਾਂਤਾ ਸੰਮਿਤ ਉਪਦੇਸ਼, ਅਮੰਗਲ ਦਾ ਖੈ ਜਾਂ ਵਿਨਾਸ਼, ਇਹ ਜੋ ਆਚਾਰੀਆ ਮੰਮਟ ਦੇ ਸਾਰੇ ਵਿਚਾਰ ਹਨ। ਅਮੰਗਲ ਦਾ ਖੈ ਇੱਕ ਤਰ੍ਹਾਂ ਨਾਲ ਸਾਨੂੰ
ਦੁਨਿਆਵੀ ਗਿਆਨ ਨਾਲ ਜਾਂ ਜੀਵਨ ਦੇ ਗਿਆਨ ਨਾਲ ਦੁਨਿਆਵੀ ਕਾਰਜਾਂ ਨੂੰ ਚੰਗੀ ਤਰ੍ਹਾਂ ਕਰਨ ਨਾਲ ਦਾ ਜੋ ਗਿਆਨ ਮਿਲਦਾ ਹੈ ਉਸ ਬਾਰੇ ਵੀ ਕਹਿ ਸਕਦੇ ਹਾਂ। ਦੂਸਰਾ, ਪੁਰਾਤਨ ਸਮੇਂ ਦੇ ਵਿੱਚ ਮੰਤਰਾਂ ਦੇ ਜਾਪ ਨਾਲ ਦੁਸ਼ ਆਤਮਾ ਨੂੰ ਦੂਰ ਕਰਨ ਆਦਿ ਨੂੰ ਵੀ ਅਮੰਗਲ ਦੇ ਖੈ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤੀ ਕਾਵਿ ਸ਼ਾਸਤਰ ਦੇ ਸੰਬੰਧ 'ਚ ਜਾਂ ਸਮੁੱਚੀ ਭਾਰਤੀ ਫਲਸਫੇ ਦੇ ਸੰਬੰਧ ਦੇ ਵਿੱਚ ਨਾ ਕੇਵਲ ਕਾਵਿ ਸਗੋਂ ਸਮੁੱਚੀਆਂ ਕਲਾਵਾਂ ਜਾਂ ਸਮੁੱਚੇ ਸੁਹਜ ਸਿਰਜਣਾ ਦਾ ਜਾਂ ਸਮੁੱਚੀਆਂ ਕਲਾਵਾਂ ਦਾ ਇੱਕ ਪ੍ਰਯੋਜਨ ਜਾਂ ਉਦੇਸ਼ ਮੰਨਿਆ ਜਾਂਦਾ ਰਿਹਾ ਹੈ। ਉਹ ਹੈ ਸਤਿਅਮ ਸ਼ਿਵਮ ਸੁੰਦਰਮ। ਸਤਿਅਮ ਭਾਵ ਸੱਚ 'ਤੇ ਆਧਾਰਿਤ ਹੋਣਾ, ਸ਼ਿਵਮ ਦਾ ਭਾਵ ਹੈ ਕਲਿਆਣਕਾਰੀ ਹੋਣਾ, ਅਤੇ ਸੁੰਦਰਮ ਦਾ ਭਾਵ ਹੈ ਸੁਹਜਮਈ ਹੋਣਾ। ਅਤੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਸਾਹਿਤ ਦੇ ਉੱਤੋਂ ਵੀ ਇਹ ਤਵੱਕੋ ਕੀਤੀ ਜਾਂਦੀ ਸੀ ਵੀ ਉਹ ਸੱਚ 'ਤੇ ਆਧਾਰਿਤ ਅਤੇ ਸੁਹਜਮਈ ਹੋਵੇ। ਜੇਕਰ ਸੁਹਜਮਈ ਹੋਵੇਗਾ ਤਾਂ ਉਹ ਆਨੰਦ ਦੇਵੇਗਾ, ਜੇਕਰ ਉਹ ਸੱਚ 'ਤੇ ਆਧਾਰਿਤ ਹੋਵੇਗਾ ਤਾਂ ਲੋਕਾਂ ਦੇ ਲਈ ਕਲਿਆਣਕਾਰੀ ਹੋਵੇਗਾ। ਅਤੇ ਸ਼ਿਵਮ ਦਾ ਭਾਵ ਹੀ ਕਲਿਆਣਕਾਰੀ ਹੈ, ਵੀ ਲੋਕ ਜੀਵਨ ਨੂੰ ਸੁਧਾਰਨ ਵਾਲਾ ਜਾਂ ਉਹਨਾਂ ਦਾ ਕਲਿਆਣ ਕਰਨ ਵਾਲਾ ਹੋਵੇ। ਅਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਆਚਾਰੀਆਂ ਨੇ ਕਾਵਿ ਦੇ ਪ੍ਰਯੋਜਨ ਮੁੱਖ ਰੂਪ ਦੇ ਵਿੱਚ ਜੋ ਮੰਨੇ ਹਨ ਉਹ ਹੈ ਸਿੱਖਿਆ ਦੇਣਾ ਵਾਲਾ, ਗਿਆਨ ਦੇਣ ਵਾਲਾ ਵੀ ਹੋਵੇ, ਮੁਕਤੀ ਦੇਣ ਵਾਲਾ ਵੀ ਹੋਵੇ, ਅਤੇ ਕਾਵਿ ਸੋਝਮਈ ਵੀ ਹੋਵੇ ਅਤੇ ਆਨੰਦਦਾਈ ਵੀ ਹੋਵੇ। ਜਿਹੜਾ ਇਹਨਾਂ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰਦਾ ਹੈ ਉਹੀ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਸਹੀ ਅਰਥਾਂ ਦੇ ਵਿੱਚ ਕਾਵਿ ਮੰਨਿਆ ਗਿਆ ਹੈ। ਇਹ ਸੀ ਕਾਵਿ ਦੇ ਪ੍ਰਯੋਜਨ ਬਾਰੇ ਭਾਰਤੀ ਆਚਾਰੀਆਂ ਦੇ ਜੋ ਪ੍ਰਮੁੱਖ ਵਿਚਾਰ ਹਨ ਉਹਨਾਂ ਬਾਰੇ ਗੱਲਬਾਤ। ਧੰਨਵਾਦ।